ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਗੁਰਬਾਣੀ ਦੀ ਤੁਕ ਦਾ ਅਸੀਂ ਆਪਣੀ ਭਾਸ਼ਾ ਵਿੱਚ, ਜਿਸ ਤਰ੍ਹਾਂ ਕਿ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਦੀ ਭਾਸ਼ਾ ਵਿੱਚ, ਜੇ ਇਹਦੀ ਵਿਆਖਿਆ ਜਦੋਂ ਅਸੀਂ ਕਰਦੇ ਹਾਂ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਸ਼ਬਦ ਗੁਰਬਾਣੀ ਦੀ ਤੁਕ ਵਿੱਚ ਹੈ, ਉਸ ਸ਼ਬਦ ਦਾ ਜੈਂਡਰ, ਉਸਦਾ ਲਿੰਗ ਔਰ ਉਸਦਾ ਵਚਨ, ਇਹ ਦੋਨੇ ਜਿਹੜੇ ਨੇ ਉਸੇ ਤਰ੍ਹਾਂ ਹੀ ਰਹਿਣ ਜਿਸ ਤਰ੍ਹਾਂ ਗੁਰਬਾਣੀ ਦੀ ਤੁਕ ਵਿੱਚ ਨੇ। ਹੁਣ ਇੱਥੇ ਇਹ ਪਤਾ ਕਿੱਥੋਂ ਲੱਗਦੇ ਨੇ, ਜਿਵੇਂ ਇੱਕ ਵਿਸ਼ੇਸ਼ਣ ਆ ਗਿਆ ਬਹੁਤਾ। ਹੁਣ ਬਹੁਤਾ, ਬਹੁਤੇ ਔਰ ਬਹੁਤੀ, ਇਹ ਤਿੰਨੇ ਦਰਸਾਉਂਦੇ ਨੇ ਕਿ ਬਹੁਤਾ ਪੁੱਲਿੰਗ ਹੈ, ਬਹੁਤੀ ਇਸਤਰੀ ਲਿੰਗ ਹੈ ਤੇ ਬਹੁਤੇ ਬਹੁਵਚਨ ਹੈ, ਜਦ ਕਿ ਬਹੁਤਾ ਬਹੁਤੀ ਇੱਕ ਵਚਨ ਹੈ। ਤਾਂ ਇਹਦਾ ਮਤਲਬ ਜੋ ਕਰਮ ਹੈ, ਬਹੁਤਾ ਕਰਮ, ਕਰਮ ਜੋ ਵੀ, ਜਿਸ ਦੀ ਕਰਮ ਦੀ ਵਿਆਖਿਆ ਜੋ ਵੀ ਕੀਤੀ ਜਾਏ, ਉਹ ਉਹੀ ਲਿੰਗ ਔਰ ਵਚਨ ਹੋਣਾ ਚਾਹੀਦਾ ਹੈ ਪੰਜਾਬੀ ਦੀ ਭਾਸ਼ਾ ਵਿੱਚ, ਜਿਹੜਾ ਲਿੰਗ ਔਰ ਵਚਨ ਗੁਰਬਾਣੀ ਦੀ ਤੁਕ ਵਿੱਚ ਹੈ। ਹੁਣ ਇੱਥੇ ਹੈ ਬਹੁਤਾ ਕਰਮ। ਬਹੁਤਾ ਕਰਮ ਨੂੰ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੇਰੀ ਬਖਸ਼ਿਸ਼, ਕਰਮ ਨੂੰ ਬਖਸ਼ਿਸ਼ ਕਿਹਾ ਜਾਂਦਾ ਹੈ, ਅੱਗੇ ਲਿਖਿਆ ਨਾ ਜਾਏ। तो ये लिखिया ना जाए और बहुता बख्शिश जिहड़ा है, ये स्त्रीलिंग वाला शब्द है, नाम रूप विच ये स्त्रीलिंग हो जाता कि मेरे ते बख्शिश होई, बख्शिश होया नहीं, बख्शिश हुई। जदों असीं कहने आ बख्शिश, करम, बहुता करम ते बख्शिश होई, ਤਾਂ ਇਹਦਾ ਮਤਲਬ ਉਸ ਦੀ ਵਿਆਖਿਆ ਵਿੱਚ ਉਸ ਦਾ ਜਿਹੜਾ ਐਪਰੋਪ੍ਰੀਏਟ, ਇਹ ਢੁਕਵਾਂ ਸ਼ਬਦ ਨਹੀਂ ਸਾਨੂੰ ਮਿਲਿਆ। ਇਹ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਜਿੱਥੇ ਗੁਰੂ ਸਾਹਿਬ ਨੇ ਜੇ ਕੋਈ ਇਸਤਰੀਲਿੰਗ ਵਾਲਾ ਜੇ ਕੁਝ ਸ਼ਬਦ ਹੁੰਦਾ ਤੇ ਉੱਥੇ ਬਹੁਤਾ ਦੇ ਬਜਾਏ ਬਹੁਤੀ ਬੋਲਣਾ ਸੀਗਾ। ਜਿਸ ਤਰ੍ਹਾਂ ਗੁਰਬਾਣੀ ਚ ਆਉਂਦਾ ਹੈ, ਮਨ ਮੁਖ ਬਹੁਤੀ ਮਿਲੇ ਸਜਾਏ, ਸਜ਼ਾ ਮਿਲਦੀ ਹੈ तो सजा स्त्रीलिंग है, तो उत्थे गुरु साहब ने कहा बहुती, बहुती सजाए। इस तरह ही खान जीवन की बहुती आस, आस बहुती, बहुती आस, तो आस मैनू आस हुंदी है, तो उत्थे गुरु साहब ने बहुती आस, तो इस करके बहुती इस्तेमाल होया है। इसी तरह ही जदों बहुवचन हुंदा ते उहदे नाल बहुते आएगा। ਇਹੋ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਬਹੁਤੇ ਜਨਮ, ਤੇ ਜਦੋਂ ਵੀ ਬਹੁਤੇ ਹੋਏਗਾ ਤੇ ਜਨਮ ਦੇ ਮੰਮੇ ਨੂੰ ਔਂਕੜ ਨਹੀਂ ਹੋਏਗਾ, ਇਸ ਕਰਕੇ ਸਾਡਾ ਉਚਾਰਨ ਵੀ ਬਹੁਤੇ ਜਨਮ, ਬਹੁਤੇ ਜਨਮ ਨਹੀਂ ਹੋਏਗਾ, ਕਿਉਂਕਿ ਜਨਮ ਅਸੀਂ ਤਾਂ ਬੋਲਦੇ ਹਾਂ ਦੀਰਘ ਮੁਕਤੇ ਦਾ ਉਚਾਰਨ ਉਦੋਂ ਕਰਦੇ ਉਦੋਂ ਔਂਕੜ ਲੱਗਾ ਹੁੰਦਾ ਹੈ। ਤਾਂ ਇਹ ਉਚਾਰਨ ਦੇ ਨਾਲ ਔਰ ਪੜਨ ਵੇਲੇ ਅਸੀਂ ਸਾਰੀ ਗੱਲ ਨੂੰ ਸਮਝ ਰਹੇ ਹਾਂ। ਤਾਂ ਇਸ ਦਾ ਮਤਲਬ ਗੁਰਬਾਣੀ ਵਿੱਚ ਬਹੁਤਾ ਜੇ ਹੈ ਤੇ ਬਹੁਤੀ ਵੀ ਹੈ ਤੇ ਬਹੁਤੇ ਵੀ ਹੈ। ਤਾਂ ਜਦੋਂ ਅਸੀਂ ਬਹੁਤਾ ਤੇ ਹੁਣ ਵਾਪਸ ਆਉਂਦੇ ਹਾਂ, ਜਿਹੜਾ ਸਾਡਾ ਅੱਜ ਦਾ ਇਹ ਪਹਿਲੀ ਤੁਕ ਹੈ ਬਹੁਤਾ ਕਰਮ, ਤਾਂ ਇਸ ਨੂੰ, ਇਸ ਦੀ ਜਿਹੜੀ ਵਿਆਖਿਆ ਹੈ ਉਹ ਬਹੁਤਾ ਕਰਮ ਦਾ ਬਹੁਤੀ ਬਖਸ਼ਿਸ਼ ਕਰਨਾ ਥੋੜਾ ਜਿਹਾ ਲੱਗਦਾ ਕਿ ਇਹ ਅਸੀਂ ਸਹੀ ਇਸ ਦੀ ਵਿਆਖਿਆ ਨਹੀਂ ਕਰ ਰਹੇ। ਕਰਮ ਬਖਸ਼ਿਸ਼ ਹੋ ਕਰਮ ਬਖਸ਼ਿਸ਼ ਵਜੋਂ ਵੀ ਆਇਆ ਗੁਰਬਾਣੀ ਵਿੱਚ, ਕਰਮ ਹੋਵੇ ਸਤਿਗੁਰੂ ਮਿਲਾਏ। ਤਾਂ ਇਸ ਦਾ ਮਤਲਬ ਹੋਇਆ ਜੇ ਬਖਸ਼ਿਸ਼ ਹੋਏ ਤਾਂ ਉੱਥੇ ਕਰਮ ਹੋਵੇ, ਤਾਂ ਇੱਕ ਤਰ੍ਹਾਂ ਨਾਲ ਕਿਰਿਆ ਰੂਪ ਵਿੱਚ ਕਰਮ ਹੋਵੇ, ਬਖਸ਼ਿਸ਼ ਹੋਵੇ। तो इस तरह बख्शिश का उसका भाव है, चंगे भाग होना भी उसका मतलब होता है। गुर कै बचन जागया मेरा कर्म, मेरा भाग जाग पिया, क्योंकि मेरा कर्म, भाग जाग पे नहीं, मेरे कर्म नहीं, मम्मा औंकड़ तो बिना नहीं, मम्मा औंकड़ दे नाल मेरा कर्म। गुर कै बचन जागया मेरा कर्म,
तो इस तरह ਵੱਖ-ਵੱਖ मीन असदे अर्थ ਜਿਹੜੇ ਨੇ जिस हिसाब नाल उसका लिंग और वचन है, जिस हिसाब नाल सारा उसकी तुक दा प्रकरण है, जो उसका परस्पैक्टिव है, उसके हिसाब नाल पर सानू बहुता कर्म, ये जो तुक है बहुता कर्म लिखिया ना जाए, वो लिखिया तो भी दस रहा कि पुलिंग है, बहुता भी दस रहा पुलिंग है, और कर्म दा मम्मा दा औंकड़ भी दस रहा है कि ये पुलिंग है। बख्शिश जिहड़ी है वो है जिहड़ा अक्सर व्याख्या च अक्सर जिहड़े अर्थ लिखे जाते हैं उहदे च बख्शिश जो है वो स्त्रीलिंग है, मेरे ते बख्शिश होई। तां हुण इत्थे किहड़ा काम की हो सकता है, इत्थे इसका अर्थ की हो सकता है? कर्म दा एक अर्थ हुंदा है जिहड़ा कि पुलिंग एक वचन लई ढुकवां हो सकता है, वो है कारज। तेरा कारज बहुता लिखिया ना जाए कर्म, तो बहुता कर्म लिखिया ना जाए दा असल जो होता मतलब है बहुता लिखिया ना जाए कर्म, पर ये सानू पुलिंग एक वचन होना चाहिए, बहुता कर्म लिखिया ना जाए। तां एक इसदा जे असीं इस तरह समझिए कि की कर्म नू काम वजों भी किया गया, क्यों काम असीं कह सकते हैं कि मेरा काम, सानू इहो जिहा कोई चाहिए शब्द, पातशाह तेरा कारज, बहुता कर्म ये तेरा कारज जो है ਇਹਦੇ ਬਾਰੇ ਲਿਖਿਆ नहीं जा सकता। तो की कारज कर्म ਦੇ ਤੌਰ ਤੇ ਕਦੀ ਗੁਰਬਾਣੀ ਜਿਸ ਤਰ੍ਹਾਂ ਆਇਆ ਤਾਂ ਜੇ ਅਸੀਂ ਦੇਖੀਏ ਤਾਂ ਕਾਰਜ ਦੇ ਤੌਰ ਤੇ ਵੀ ਕਰਮ ਨੂੰ ਗੁਰਬਾਣੀ ਵਿੱਚ ਦਰਸਾਇਆ ਗਿਆ ਹੈ। ਸਾਡੇ ਕੋਲ ਗੁਰਬਾਣੀ ਦੀ ਇੱਕ ਫਰਮਾਨ ਹੈ ਗੁਰਬਾਣੀ ਦਾ ਕਿ ਕੁਦਰਤ ਕਰਮ ਨਾ ਕਹਿਣਾ ਜਾਏ, ਕੁਦਰਤ ਦਾ ਕੰਮ ਕਿਹਾ ਨਹੀਂ ਜਾ ਸਕਦਾ, ਕੁਦਰਤ ਕਰਮ, ਕੁਦਰਤ ਦਾ ਕਰਮ, ਕੁਦਰਤ ਦਾ ਕੰਮ, ਕੁਦਰਤ ਦਾ ਕਾਰਜ ਨਾ ਕਹਿਣਾ ਜਾਏ। ਅਸੀਂ ਨਹੀਂ ਦੱਸ ਸਕਦੇ ਕੁਦਰਤ ਕੀ ਕੁਝ ਕਰ ਰਹੀ ਹੈ, ਕੁਦਰਤ ਕਿਸ ਦੀ ਕਿਦੀ ਪਾਲਣਾ ਕਰ ਰਹੀ ਹੈ, तो कुदरत ਦਾ ਕੰਮ, ਕੁਦਰਤ ਕਰਮ। तो उथों ਇਹ हो गया कि ਇਹਦਾ मतलब कर्म ਕੰਮ ਵਾਸਤੇ, कर्म कारज वास्ते इस्तेमाल गुरबाणी विच होया है। ज्ञान खंड का आखो कर्म, ज्ञान खंड विच की काम कीता जांदा है, ज्ञान खंड का आखो कर्म। जिनको नदर, जिन्ना दे ऊपर बख्शिश हो जाए, जिनको नदर कर्म तिनकार, उन्हां दे काम कार किस तरह दे हो जांदे ने, कर्म तिनकार। पूर्व लिखिया सो कर्म कमाया, भाग सारे बख्शिशां सारियां पूर्व दियां ने, पूर्व लिखिया हुण तां उहदे हिसाब नाल कीता, पूर्व लिखिया सो कर्म कमाया। तो इथों ये पता लगता है कि इथों ये हो गया कि हाँ जो कारज है ये कर्म लई गुरबाणी विच है। पुलिंग एक वचन शब्द मिल गया कारज, बहुता कर्म लिखिया ना जाए, उसदा कीता होया कारज, अकाल पुरख दा कीता होया कारज बारे बहुता लिखिया नहीं जा सकता। असी लिख के पूरा दर्शा नहीं सकते कि उसदा कारज इस तरह है। अच्छा कारज भी हुण केड़ा, वो वाला कारज जिस नाल तू दे रहा है, क्योंकि पौड़ी दा अगों संदर्भ किस तरह चलता है, अगली तुक ही वड्डा दाता तिल ना तमाए। हुण दाता ऐसा मतलब कारज केड़ा, देण वाला कारज, वो कारज जिस कारज तहत तो सारा कुछ सब नूं दे रहे हैं, ਉਹਦੇ ਬਾਰੇ ਬਹੁਤਾ, ਉਹਦੇ ਬਾਰੇ ਵੀ ਬਹੁਤਾ ਲਿਖਿਆ ਨਹੀਂ ਜਾ ਸਕਦਾ। ਕਿੰਨੋ ਕਿੰਨੋ ਕਿਸ ਕਿਸ ਪੱਧਰ ਤੇ ਕਿਹੜੇ ਕਿਹੜੇ ਜੀਆਂ ਜਨਤਾ ਨੂੰ ਕਿੱਥੇ ਪੱਥਰ ਵਿੱਚ, ਪਾਣੀ ਵਿੱਚ, ਹਵਾ ਵਿੱਚ, ਕਿੱਥੇ ਕਿੱਥੇ ਕਿੰਨੋ ਕਿੰਨੋ ਕੀ ਕੀ ਕਿਵੇਂ ਕਿਵੇਂ ਦੇ ਰਿਹਾ। ਸਾਨੂੰ ਜਿਹੜੀ ਸੋਚ ਮਿਲਦੀ ਹੈ, ਜਿਹੜੀ ਸਾਨੂੰ ਸੋਝੀ ਆਉਂਦੀ ਹੈ, ਅਚਾਨਕ ਖਿਆਲ ਆਉਂਦਾ ਹੈ, ਅਚਾਨਕ ਸਾਨੂੰ ਜਪਜੀ ਸਾਹਿਬ ਪੜ੍ਹਦੇ ਹਾਂ ਅੱਜ ਲੱਗਦਾ ਕਿ ਅੱਜ ਸਾਨੂੰ ਇਹ ਸੋਝੀ ਹੋਈ, ये पहला भी आई जपजी साहब पढ़ते सी। तो किस किस पद्धर ते तो दे रहे हैं, तो वड्डा दाता तो देण वाला एडा वड्डा है कि तेनू तो तिल जिन्ना भी कोई अपने कोल दा संकोच नहीं करता, तमाए तो कोई उसदा कोई रख नहीं रहा अपने कोल, कोई लालच नहीं है कि मैं इन्ना क रख ला,
सारा खुला वंडदा है, तिल ना तमाए। वड्डा दाता, तो वड्डा दाता तो सानू ओहदा कारज दा संकेत हो रहा है कि बहुता कर्म लिखिया ना जाए, बहुता लिखिया ना जाए ਉਹਦੇ ਬਾਰੇ ਕਿਹੜਾ ਕਾਰਜ, ਉਹਦੇ ਦੇਣ ਵਾਲਾ ਕਾਰਜ। तो ਸਾਡੇ ਕੋਲ ਇੱਕ ਪੁਲਿੰਗ ਸ਼ਬਦ ਵੀ ਆ ਗਿਆ ਤੇ ਇਸ ਸ਼ਬਦ ਦੀ ਹੋਰ ਥੋੜੀ ਜੀ ਵਿਆਖਿਆ ਵੀ ਉਹਦੇ ਨਾਲ ਰਲ ਗਈ ਵੀ ਇਹ ਕਿਹੜਾ ਕਾਰਜ ਦੀ ਗੱਲ ਹੋ ਰਹੀ ਹੈ। ਦਾਤਾ ਦੇਦਾ ਦੇ ਲੈ ਦੇ ਤੱਕ ਪਾਏ। ਇਹ ਸਾਨੂੰ ਜੋ ਅਕਾਲ ਪੁਰਖ ਵੱਲੋਂ ਮਿਲ ਰਿਹਾ ਹੈ ਉਹ ਵਾਲੇ ਕਾਰਜ ਦੀ ਗੱਲ ਹੋ ਰਹੀ ਹੈ। तो बहुता कर्म बहुता तेरा देण वाला कारज, ਉਹਦੇ ਬਾਰੇ ਲਿਖਿਆ ਨਾ ਜਾਏ, ਲਿਖ ਨਹੀਂ ਸਕਦੇ। ਵੱਡਾ ਦਾਤਾ ਤਿਲ ਨਾ ਤਮਾਏ, ਉਹਦਾ ਤੇਰੇ ਦਾ ਤੈਨੂੰ ਕੋਈ ਤਿਲ ਜਿੰਨਾ ਵੀ ਆਪਣੇ ਕੋਲ ਇਸ ਗੱਲ ਨੂੰ ਰੱਖਣ ਵਾਸਤੇ ਨਹੀਂ ਹੈ ਕਿ ਮੈਂ ਦੇਣ ਲੱਗਿਆ ਕਿ ਮੈਂ ਥੋੜਾ ਸੰਕੋਚ ਕਰਾਂ। तो ਖੁੱਲੀਆਂ ਦਾਤਾਂ ਹਰ ਪੱਧਰ ਤੇ, ਸੋਚ ਪੱਧਰ ਤੇ, ਸਾਡੇ ਹਵਾ ਪਾਣੀ ਦੇ ਪੱਧਰ ਤੇ, ਸਾਨੂੰ ਸਾਰਾ ਕੁਝ ਮੁਹੱਈਆ ਕਰਨ ਦੇ ਪੱਧਰ ਤੇ ਜਿਹੜੀ ਸਾਡੀ ਜੀਵਨ ਵਿਹਾਰ ਹੈ, ਸਾਨੂੰ ਜਿਹੜੀਆਂ ਖਾਣ ਪੀਣ ਹੈ, ਸਾਡੀਆਂ ਕਿੰਨੀਆਂ ਬਰਕਤਾਂ ਸਾਨੂੰ ਤੋਂ ਵੰਡ ਰਹੇ ਹਨ। तो ਇਸ ਦਾ ਮਤਲਬ ਇਹ ਕਾਰਜ ਹੁਣ ਦਾਤਾਂ ਦੇਣ ਵਾਲਾ ਕਾਰਜ ਉਹਦਾ ਸੰਦਰਭ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ। ਹੁਣ ਇਹ ਹੈ ਦਾਤੇ ਦੇ ਵੱਲੋਂ। ਦੂਸਰਾ ਸਾਡੇ ਵੱਲੋਂ ਕੇਤੇ ਮੰਗ ਹੈ, ਕੇਤੇ ਮੰਗ ਹੈ। ਜੋਧ ਅਪਾਰ, ਭਾਵੇਂ ਇੱਥੇ ਵੱਡੇ ਵੱਡੇ ਯੋਧੇ ਹੋਣ, ਭਾਵੇਂ ਉਹਨਾਂ ਦਾ ਇੱਥੇ ਬੜਾ ਵੱਡਾ ਉਹਨਾਂ ਦਾ ਕੋਈ ਸਟੇਟਸ ਹੋਏ, तो ਜੋਧ ਅਪਾਰ ਕਿਸੇ ਵੀ ਦੁਨੀਆ ਦੇ ਫੀਲਡ ਵਿੱਚ, ਦੁਨੀਆ ਦੇ ਕਿਸੇ ਵੀ ਅਦਾਰੇ ਵਿੱਚ, ਕਿਸੇ ਵੀ ਦਾਇਰੇ ਵਿੱਚ, ਉਹ ਕਿੰਨੇ ਵੀ ਵੱਡੇ ਹੋਣ, ਪਰ ਉਹ ਵੀ ਦਾਤੇ ਕੋਲੋਂ ਮੰਗ ਰਹੇ ਨੇ। ਉੱਥੋਂ ਬਖਸ਼ਿਸ਼ਾਂ ਹੋ ਰਹੀਆਂ ਨੇ, ਦਾਤਾਂ ਪ੍ਰਾਪਤ ਹੋ ਰਹੀਆਂ ਨੇ। ਕੇਤੇ ਮੰਗੇ ਜੋਧ ਅਪਾਰ, ਕੇਤੇ ਆ, ਔਰ ਇਹ ਕਿੰਨੇ ਨੇ, ਗਣਤ ਨਹੀਂ ਵਿਚਾਰ, ਇਹਦੀ ਤਾਂ ਗਿਣੀ ਨਹੀਂ ਜਾ ਸਕਦੀ, ਇਹਦੀ ਗਿਣਤੀ ਬਾਰੇ ਕੋਈ ਵਿਚਾਰ ਨਹੀਂ ਹੋ ਸਕਦੀ। ਕੇਤਿਆ, ਇਹ ਕਿੰਨੇ ਨੇ, ਕਿੰਨੇ ਉਹ ਵੱਡੇ ਯੋਧੇ ਨੇ ਤੇ ਕਿੰਨੇ ਉਹ ਹੈਗੇ ਨੇ। ਤੋ ਕੇਤੇ ਮੰਗ ਹੈ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ। ਔਰ ਉਸ ਤੋਂ ਬਾਅਦ ਗੁਰਬਾਣੀ ਹੁਣ ਇੱਥੇ ਕਟਾਹ ਕਿੰਨਾ ਕਰਦੀ ਹੈ ਵੀ ਤੁਸੀਂ ਲੈ ਰਹੇ ਹੋ ਦਾਤਾਂ, ਉਹ ਦੇ ਰਿਹਾ ਦਾਤਾਂ, ਉਹਨਾਂ ਦਾਤਾਂ ਨੂੰ ਲੈ ਕੇ ਉਹਨਾਂ ਦਾਤਾਂ 'ਚ ਖਚਤ ਹੋਈ ਜਾ ਰਹੇ ਆ। ਜਿਹੜੀ ਦਾਤ ਮਿਲੀ, ਉਹ ਕਹਿੰਦੇ ਕਿ ਪੈਸਾ ਬੜਾ ਮਿਲਿਆ ਪਰ ਰਾਸ ਨਹੀਂ ਆਇਆ, ਪਰਿਵਾਰ ਸਾਰਾ ਟੱਬਰ ਪੈਸੇ ਵਿੱਚ ਹੀ ਗਰਕ ਹੋ ਗਿਆ, ਨਸ਼ੇ ਕਰਨ ਲੱਗਿਆ, ਸਾਰੀਆਂ ਭੈੜੀਆਂ ਆਦਤਾਂ ਪੈ ਗਈਆਂ ਪੈਸੇ ਕਰਕੇ। ਪੈਸਾ ਹੀ ਸਾਂਭ ਨਹੀਂ ਹੋਇਆ, ਪੈਸਾ ਹੀ ਨਹੀਂ ਸੰਭਾਲ ਹੋਇਆ, ਪੈਸੇ ਨੇ ਸਾਰਾ ਪਰਿਵਾਰ ਗਰਕ ਕਰਤਾ। ਕੇਤੇ ਖੱਪ ਟੁੱਟੇ ਵੇਕਾਰ, ਖੱਪ ਕੇ ਉਹਨਾਂ ਦਾਤਾਂ ਵਿੱਚ ਹੀ ਤੇ ਵਿਕਾਰਾਂ 'ਚ ਪੈ ਕੇ ਖੱਚਤ ਹੋ ਗਏ। ਹੁਣ ਪੈਸੇ ਦੇ ਨਾਲ ਤੁਸੀਂ ਉਹਦੀ ਕਿੰਨੀ ਵਰਤੋਂ ਕਰ ਸਕਦੇ ਹੋ, ਕਿੰਨੀ ਦੁਰਵਰਤੋਂ ਕਰ ਸਕਦੇ ਹੋ। ਤੋ ਜਿਹੜੀਆਂ ਸਹੂਲਤਾਂ ਪਾਤਸ਼ਾਹ ਨੇ ਦਾਤਾਂ ਵਜੋਂ ਸਾਨੂੰ ਦਿੱਤੀਆਂ, ਉਸਦੀ ਕੁਚੱਜੀ ਤੇ ਸੁਚੱਜੀ ਵਰਤੋਂ ਦਾ ਜਦੋਂ ਅਸੀਂ ਇੰਨੀ ਕੁਚੱਜੀ ਵਰਤੋਂ ਕਰਦੇ ਹਾਂ ਕਿ ਉਹਦੇ ਵਿੱਚ ਆਪਣਾ ਜੀਵਨ, ਆਪਣਾ ਸਾਰਾ ਪ੍ਰਾਣ, ਆਪਣਾ ਸਾਰਾ ਕੁਝ ਨਸ਼ਟ ਕਰ ਦਿੰਦੇ ਆ, ਤਾਂ ਉਹ ਹੈ ਕੇਤੇ। ਇਹੋ ਜਿਹੇ ਵੀ ਬਹੁਤ ਲੋਕ ਨੇ। ਤੋ ਗੁਰੂ ਸਾਹਿਬ, ਗੁਰੂ ਨਾਨਕ ਪਾਤਸ਼ਾਹ ਸਾਰਿਆਂ ਤੇ ਝਾਤ ਕਿਸ ਤਰ੍ਹਾਂ ਮਾਰ ਰਹੇ। ਕੇਤੇ ਖੱਪ ਟੁੱਟੇ ਵੇਕਾਰ, ਔਰ ਕੇਤੇ ਲੈ ਮੁੱਕਰ ਪਾਹੇ। ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਰੱਬ ਕਿੱਥੇ, ਰੱਬ ਦਾ ਦਿੱਤਾ ਹੋਇਆ ਸਾਹ ਲੈ ਕੇ ਉਹ ਕਹਿੰਦੇ ਨੇ ਕਿਹੜਾ ਰੱਬ, ਕੇਤੇ ਲੈ ਮੁੱਕਰ ਪਾਹੇ। ਉਹ ਮੁੱਕਰਦੇ ਪਏ ਨੇ ਕਿ ਮੈਂ ਉਹਦੇ ਕੋਲ ਲੈ ਕੇ ਮੁੱਕਰ ਜਾਂਦੇ ਨੇ। ਇਹੋ ਜਿਹੇ ਵੀ ਲੋਕ ਹਨ। ਤਾਂ ਗੁਰੂ ਸਾਹਿਬ ਉਹਨਾਂ ਤੇ ਵੀ ਝਾਤ ਪਾ ਰਹੇ ਨੇ। ਤੇ ਕੇਤੇ ਮੂਰਖ ਖਾਹੀ ਖਾਹੇ, ਉਹ ਸਾਰਾ ਧਿਆਨ ਉਹਨਾਂ ਦਾ ਆ ਵੀ ਖਾ ਲਾ, ਉਹ ਵੀ ਖਾ ਲਾ। ਕੇਤੇ ਮੂਰਖ, ਇਸੇ ਕਰਕੇ ਗੁਰਬਾਣੀ ਅਲਪਹਾਰ, ਸੁਲਭ ਸੇ ਨਿਦਰਾ,
सानू थोड़ा खाना, थोड़ा सोना, तो जिहड़ा साडा थोड़े नाल सरदा है, तो सानू थोड़ा ही लोड़ींदा है। पर केते मूर्ख खा ही खाए, ਉਹ ਉਹਨਾਂ ਨੂੰ ਖਾਣ ਦੇ ਪਦਾਰਥਾਂ ਤੋਂ ਹੀ, ਇਹ ਖਾਣ ਦੇ ਪਦਾਰਥ ਜਿਹੜੀ ਉਹਨੂੰ ਦਾਤ ਰੂਪ ਵਿੱਚ ਮਿਲੀ ਹੈ ਉਹਦੇ ਵਿੱਚ ਹੀ ਖੱਚਤ ਹੋਏ ਪਏ। ਪਰ ਦਾਤਾਂ ਜਦੋਂ ਵੰਡਦਾ ਤਾਂ ਇਹ ਇੱਕ ਹੋਰ ਬੜੀ ਅਲੌਕਿਕ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਕੇਤਿਆ ਦੁੱਖ ਭੂਖ ਸਦ ਮਾਰ, ਕਈਆਂ ਨੂੰ ਦੁੱਖ ਪ੍ਰਾਪਤ ਹੋ ਰਹੇ ਨੇ ਜਦੋਂ ਕਹਿੰਦੇ ਦਾਤਾ ਉਹ ਬਣ ਰਿਹਾ, ਦੁੱਖ ਬਣ ਰਿਹਾ, ਕਿਸੇ ਨੂੰ ਭੁੱਖਾ ਬਣ ਰਿਹਾ। ਕੇਤਿਆ ਦੁੱਖ ਭੁੱਖ ਔਰ 100 ਤਰ੍ਹਾਂ ਦੀਆਂ ਮਾਰਾਂ, ਹਰ ਤਰ੍ਹਾਂ ਨਾਲ ਉਹਨਾਂ ਨੂੰ ਪਰੇਸ਼ਾਨੀਆਂ। ਕੇਤਿਆ ਦੁੱਖ ਭੁੱਖ ਸਦ ਮਾਰ। ਪਰ ਇਹ ਜਿਹੜੀ ਸੋਝੀ ਵੀ ਦਾਤ ਵਜੋਂ ਕਿਸੇ ਕਿਸੇ ਦੇ ਝੋਲੀ ਪੈਂਦੀ ਹੈ ਕਿ ਇਹ ਬੇਦਾਤ ਤੇਰੀ ਦਾਤਾ, ਕਿ ਇਹ ਜਿਹੜੀ ਜਦੋਂ ਸਾਨੂੰ ਕੁਝ ਸੁੱਖ ਮਿਲਦੇ ਨੇ ਤੁਸੀਂ ਕਹਿੰਦੇ ਆ ਸੱਚੇ ਪਾਤਸ਼ਾਹ ਤੇਰੀ ਦਾਤ ਪ੍ਰਾਪਤ ਹੋਈ ਹੈ, ਤੇ ਜਦੋਂ ਦੁੱਖ ਮਿਲਦਾ ਸੱਚੇ ਪਾਤਸ਼ਾਹ ਆ ਕੀ ਕਰਤਾ, ਇਹ ਕੀ ਕੀਤਾ। ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਹ ਇੱਕ ਬਹੁਤ ਜੀਵਨ ਵਿਉਂਤ ਜਿਹੜੀ ਹੈ ਦਰਸਾ ਰਹੇ ਨੇ, ਇਹ ਬੇਦਾਤ ਤੇਰੀ ਦਾਤਾ। ਇਹ ਵੀ ਦਾਤ ਹੈ ਤੇਰੀ ਜੋ ਦਾਤਾ ਤੋਂ ਵੰਡ ਰਹੇ ਹੈ। ਇਸ ਬਹੁਤੇ ਕਰਮ ਵਿੱਚ, ਇਸ ਦੇਣ ਵਾਲੇ ਵੰਡਣ ਵਾਲੇ ਕਾਰਜ ਵਿੱਚ ਇਹ ਸੁੱਖ ਵੀ ਸ਼ਾਮਲ ਨੇ, ਦੁੱਖ ਵੀ ਸ਼ਾਮਲ ਨੇ। ਇਹ ਬੇਦਾਤ, ਇਹ ਪ੍ਰੋਨਾਂਸੀਏਸ਼ਨ ਦੁਬਾਰਾ ਦੱਸੋਗੇ? ਅਸੀਂ ਬੇ ਕਹਿ ਰਹੇ ਹਾਂ, ਰਾਈਟ? ਪੇ, ਇਹ ਬੇਦਾਤ, ਇਹ ਬੇਦਾਤ ਤੇਰੀ ਦਾਤਾਰ। ਪੱਬੇ ਨੂੰ ਸਿਆਰੀ ਪੇ ਬਣ ਜਾਏਗਾ। ਪੇ ਜਿਹੜਾ ਨਾ ਜਦੋਂ ਵੀ ਕਿਸੇ ਸ਼ਬਦ ਦਾ ਇੱਕੋ ਹੀ ਅੱਖਰ ਹੋਏ, ਇੱਕ ਅੱਖਰੀ ਸ਼ਬਦ, ਤੇ ਉਹਨੂੰ ਉਹ ਵਾਲਾ ਨਿਯਮ ਲੱਗੇਗਾ ਜਿਹੜਾ ਨਿਯਮ ਆਖਰੀ ਅੱਖਰ ਵਾਲਾ ਹੁੰਦਾ। ਤਾਂ ਇਹ ਵਾਲਾ ਅੱਖਰ ਇਸ ਸ਼ਬਦ ਦਾ ਆਖਰੀ ਅੱਖਰ ਵਜੋਂ ਅਸੀਂ ਸਮਝਾਂਗੇ। ਜੇ ਇਹ ਪਹਿਲਾ ਅੱਖਰ ਹੋਏ ਫਿਰ ਹੋਏਗਾ ਪੀ, ਪੀ, ਕਿਉਂਕਿ ਪਹਿਲੇ ਅੱਖਰ ਦੀ ਸਿਹਾਰੀ ਦਾ ਪੂਰਨ ਸਿਹਾਰੀ ਦੀ ਧੁਨੀ, ਪਰ ਆਖਰੀ ਅੱਖਰ ਦੀ ਸਿਹਾਰੀ ਉਹ ਲਘੂ ਲਾਮ ਹੈ। ਇਹ ਪੇ, ਇਹ ਜੇ, ਜੱਜੇ ਨੂੰ ਸਿਹਾਰੀ ਜੇ, ਪੱਬੇ ਨੂੰ ਸਿਹਾਰੀ ਪੇ, ਇਹ ਪੇ। ਪਰ ਪੇ ਨਹੀਂ, ਪੱਬੇ ਨੂੰ ਲਾ ਹੋਏਗਾ ਪੇ, ਇਹ ਹੈ ਇਹ ਪੇ, ਇਹ ਪੇ, ਇਹ ਪੇਜ, ਇਹ ਪੇ ਦਾਤ, ਇਹ ਪੇ ਦਾਤ ਤੇਰੀ ਦਾਤਾਰ। ਠੀਕ ਹੈ ਜੀ? ਓਕੇ ਜੀ। तो ਇਹ ਪੇ ਦਾਤ, ਇਹ ਪੇ ਦਾਤ ਤੇਰੀ, ਇਹ ਪੇ ਦਾਤ ਤੇਰੀ। तो इस तुक ਨੂੰ ਅਸੀਂ ਇਹ ਦੋ ਭਾਗਾਂ ਚ ਕਰਾਂਗੇ, ਕਿਉਂਕਿ ਦਾਤਾਰ ਅੱਗੇ ਜੋ ਹੈ ਉਹ ਹੈ ਸੰਬੋਧਨ, हे ਦਾਤਾਰ, ਕਿਉਂਕਿ ਦਾਤਾਰ ਦੇ ਥੱਲੇ ਔਂਕੜ ਜਾਂ ਦਾਤਾਰ ਨੂੰ ਸਿਹਾਰੀ ਨਹੀਂ ਹੈ। तो ਜਦੋਂ ਰਾਰਾ ਮੁਕਤ ਹੈ ਤੇ ਅਸੀਂ ਬੋਲਾਂਗੇ ਉਸ ਨੂੰ ਸੰਬੋਧਨ ਕਰ ਰਹੇ ਹਾਂ, ਇਹ ਪੇ ਦਾਤ ਤੇਰੀ, ਇਹ ਪੇ ਦਾਤ ਤੇਰੀ, दातार, दातार, ਇਹ पे दात तेरी, दातार। तो ये जो बंधन है दातां दे नाल, ये सारा दोने पक्ष दर्शा के ना जो दातां दे रहा है, ये ओदा कारज असी जिहड़ा बहुता करम असी जिहड़ा कारज जिहदे बारे लिखिया नहीं जा सकदा, दसिया नहीं जा सकदा, वो कारज दी जदों असी गल करदे हां, उस करम दी गल कर रहे हां, ਉਹ ਵਾਲਾ ਕਾਰਜ ਦਾਤਾ ਦੇਣ ਵਾਲਾ ਹੈ। तो ਵੱਡਾ ਦਾਤਾ ਤਿਲ ਨਾ ਤਮਾਹੇ ਉਹ ਦੇ ਰਿਹਾ, ਖੁੱਲੀਆਂ ਦਾਤਾ ਬਣ ਰਿਹਾ। ਪਰ ਅਸੀਂ ਲੋਕ, ਅਸੀਂ ਸਾਰੇ ਜਿਹੜੇ ਨੇ, ਅਸੀਂ ਉਹਨਾਂ ਕੋਲ ਦਾਤਾ ਮੰਗ ਰਹੇ ਹਾਂ। तो केते मंगे जोध अपार, ਵੱਡੇ ਵੱਡੇ ਲੋਕ, ਛੋਟੇ ਲੋਕ ਸਭ ਉਹਦੇ ਕੋਲ ਮੰਗ ਰਹੇ। ਉਹ ਇੰਨੇ ਲੋਕ ਮੰਗ ਰਹੇ ਕਿ केतिया गणत नहीं विचार। पर विडंबना ਇਹ ਹੈ ਕਿ ਉਹਦੇ ਕੋਲੋਂ ਦਾਤਾਂ ਪ੍ਰਾਪਤ ਕਰਕੇ ਉਹਨਾਂ ਦਾਤਾਂ ਵਿੱਚ ਹੀ ਖੱਚਤ ਹੋ ਰਹੇ। ਕਿਤੇ ਖੱਪ ਟੁੱਟੇ ਬੇਕਾਰ, ਕਿਤੇ ਲੈ ਲੈ ਮੁੱਕਰ ਪਾਏ। ਇਹੋ ਜਿਹੇ ਲੋਕ ਵੀ ਪਰਲੇ ਦਰਜੇ ਦੇ ਮੂਰਖ ਨੇ, ਪਰਲੇ ਦਰਜੇ ਦੇ ਇਆਣੇ ਨੇ, ਆ ਕਿਰਤਕਣ ਨੇ। ਰੱਬ ਨੂੰ ਨਾ ਮੰਨਣ ਵਾਲਿਆਂ ਦੇ ਇਹ ਵਿਸ਼ੇਸ਼ਣ ਹੋਣੇ ਚਾਹੀਦੇ। ਰੱਬ ਨੂੰ ਮੰਨਣ ਵਾਲਾ
ਆਮ ਤੌਰ ਤੇ ਰੱਬ ਨੂੰ ਨਾ ਮੰਨਣ ਵਾਲਿਆਂ ਦੇ ਪ੍ਰਤੀ ਥੋੜਾ ਤਰਸ ਦੀ ਭਾਵਨਾ ਰੱਖਦਾ ਹੈ ਵੀ ਇਹਨਾਂ ਦੀ ਹਾਲਤ ਤਰਸਯੋਗ ਹੈ, ਵੀ ਇਹ ਤਾਂ ਮੁਕਰਨ ਵਾਲੇ ਲੋਕ ਨੇ, ਇਹ ਲੋਕ ਵੀ ਨੇ, ਕਿਤੇ ਲੈ ਲੈ ਮੁਕਰ ਪਾਹੇ। ਤੇ ਦੂਸਰੇ ਪਾਸੇ ਉਹਦੇ ਵਿੱਚ ਇੰਨੇ ਖਚਤ ਨੇ, ਉਹ ਇੰਨੀ ਮੂਰਖਤਾ ਨੇ ਕਿ ਕਿਤੇ ਮੂਰਖ ਖਾਹੀ ਖਾਹੇ। ਪਰ ਇਹ ਕਿੱਡੀ, ਜਦੋਂ ਸਾਨੂੰ ਦਾਤਾਂ ਦੇ ਰੂਪ ਵਿੱਚ ਹਰ ਤਰ੍ਹਾਂ ਦੀ ਚੀਜ਼ ਮਿਲ ਰਹੀ ਹੈ, ਤੇ ਉਹ ਵੀ ਹੈ ਕਿ ਕੇਤਿਆ ਦੁਖ ਭੂਖ ਸਦਮਾਰ, ਇਹ ਪੇ ਦਾਤ ਤੇਰੀ। ਇਸ ਨੂੰ ਦਾਤਾਰ ਨੂੰ ਅਰਦਾਸ ਕਰਕੇ ਇਸ ਗੱਲ ਦਾ ਸ਼ੁਕਰਾਨਾ ਕਰਨਾ, ਦਾਤਾਰ ਮੇਰੀ ਝੋਲੀ ਤੂੰ ਦੁੱਖ ਪਾਇਆ, ਇਹ ਦੁੱਖ ਵੀ ਤੇਰੀ ਦਾਤ ਹੈ, ਇਹ ਪੇ ਦਾਤ ਤੇਰੀ। ਕਿੱਡਾ ਉਹ ਅਵਸਥਾ, ਦੁੱਖ ਸੁਖ ਦੋਨੋਂ ਸਮ ਕਰ ਜਾਣਾ, ਉਹ ਇਹ ਅਵਸਥਾ ਹੈ, ਇਹ ਪੇ ਦਾਤ ਤੇਰੀ ਦਾਤਾਰ। ਔਰ ਦਾਤਾਂ ਦੇ ਨਾਲ ਜਿਹੜਾ ਬੰਧਨ ਹੈ ਵੀ ਇਹ ਮੇਰਾ, ਇਹ ਮੇਰੀ ਹੈ, ਇਹ ਮੇਰੀ ਕਾਰ, ਇਹ ਮੇਰੀ ਕੋਠੀ, ਇਹ ਮੇਰੀ ਤਨਖਾਹ, ਇਹ ਮੇਰੀ ਬੱਸ, ਮੇਰੀ ਕਾਰ, ਮੇਰਾ ਸਾਈਕਲ, ਮੇਰਾ ਸਕੂਟਰ, ਮੇਰਾ ਮੋਟਰਸਾਈਕਲ। ਬੰਦ ਖਲਾਸੀ, ਇਹਨਾਂ ਬੰਧਨਾਂ ਤੋਂ ਖਲਾਸੀ, ਬੰਧਨਾਂ ਤੋਂ ਇਹ ਬੰਧਨ ਖਤਮ ਹੋਣ, ਭਾਣਾ ਹੋਏ ਉਸਦੇ ਭਾਣੇ ਵਿੱਚ, ਉਸਦੀ ਰਜ਼ਾ ਵਿੱਚ ਹੋ ਸਕਦਾ ਹੈ ਕਿ ਇਸ ਤੋਂ ਖਲਾਸੀ ਹੋ ਜਾਏ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੇ ਕੋਈ, ਹੋਰ ਕੋਈ ਤਰੀਕਾ ਨਹੀਂ ਹੈ ਵੀ ਕੋਈ ਹੋਰ ਮੈਂ ਵਿਉਂਤ ਲਾ ਲਾਂ ਕਿ ਮੈਂ ਪੁੱਠਾ ਲਟਕ ਕੇ ਮੈਂ ਇਹਦੇ ਤੋਂ ਬੰਧਨਾਂ ਤੋਂ ਆਜ਼ਾਦ ਹੋ ਜਾ। ਕਿ ਇਹ ਉਸਦਾ ਅਸੀਂ ਉਹਦੇ ਕੋਲੋਂ ਇਹ ਵੀ ਦਾਤ ਰੂਪ ਚ ਮੰਗ ਸਕਦੇ ਹਾਂ। ਤੁਹਾਨੂੰ ਦੱਸੋ ਤੁਹਾਡੀ what is your desire? So being desireless is the biggest desire in the world. To be desireless is the highest, biggest, wildest, greatest desire one can have. To be desireless. तो बंद खलासी पाना होए और आख न सके कोई, इस तो अलावा कोई होर तरीका कोई आख नहीं सकता, और आख न सके कोई। पाने होए दा की मतलब है? पाना है उसदे पाने विच मतलब उसदी रजा होए, उसदी इच्छा होए, तां तुसी उन्हां बंधनां तो आजाद हो सकते हो। उसदी इच्छा कदों होएगी? तुसी अध्यात्मक जिहड़े नियमावली है ਉਹਦੇ ਉੱਤੇ ਪੂਰਾ ਉਤਰਦੇ ਹਾਂ ਅਸੀਂ, ਤਾਂ ਅਸੀਂ ਐਲੀਜੀਬਲ ਹੋ ਜਾਂਦੇ ਹਾਂ, ਅਸੀਂ ਕੁਆਲੀਫਾਈ ਕਰ ਜਾਂਦੇ ਹਾਂ। ਪਰ ਉਹ ਉਸਦੇ ਨਿਯਮ, ਉਸਦਾ ਧਰਮ ਮੰਮੇ ਨੂੰ ਔਂਕੜ ਵਾਲਾ ਧਰਮ, ਉਸਦਾ ਸਿਸਟਮ, ਉਸਦਾ ਵਿਧਾਨ, ਉਸ ਧੌਲ ਧਰਮ, ਉਹ ਵਾਲਾ ਧਰਮ ਜਿਹੜਾ ਕਿ ਸਾਰਾ ਵਿਧਾਨ ਚਲਾ ਰਿਹਾ ਹੈ, ਉਸਦੇ ਵਿੱਚ ਉਸਦੀ ਤੁਹਾਨੂੰ ਰੱਬ ਦੀ ਖੁਸ਼ੀ, ਰੱਬ ਦਾ ਸੈਂਕਸ਼ਨ, ਅਕਾਲ ਪੁਰਖ ਦਾ ਇਸ ਸਿਸਟਮ ਦਾ ਸੈਂਕਸ਼ਨ ਪਾਣਾ ਹੈ। ਉਹ ਪਾਣਾ ਉਹ ਵਿਧਾਨ ਹੈ, ਪਾਣਾ ਹੋਏ ਉਸਦੀ ਰਜ਼ਾ ਵਿੱਚ ਇਹ ਆ ਜਾਏ ਕਿ ਹਾਂਜੀ ਨਾ ਉਹ ਹੁਣ, ਕਿਉਂਕਿ ਕਿਸੇ ਨੂੰ ਉਸੇ ਹਾਲਾਤ ਵਿੱਚ ਫਾਇਦਾ ਹੁੰਦਾ, ਕਿਸੇ ਨੂੰ ਉਸੇ ਹਾਲਾਤ ਵਿੱਚ ਨੁਕਸਾਨ ਹੁੰਦਾ। ਤਾਂ ਤੁਹਾਡਾ ਫਾਇਦਾ ਹੋਣਾ ਕਿ ਨੁਕਸਾਨ ਹੋਣਾ, ਇਹ ਪਾਣਾ ਹੋਏ। ਉਹ ਜਿਹੜਾ ਵਿਧਾਨ ਚੱਲ ਰਿਹਾ ਹੈ, ਜਿਹੜਾ ਅਧਿਆਤਮਕ ਥਰਮਾਮੀਟਰ ਸਾਡੇ ਅੰਦਰ ਚੱਲ ਰਿਹਾ ਹੈ, ਅਸੀਂ ਕਿੱਥੇ ਖੜੇ ਹਾਂ। ਤਾਂ ਇਸ ਕਰਕੇ ਭੈਣਾਂ ਭਰਾਵਾਂ ਵਿੱਚ, ਪਰਿਵਾਰ ਵਿੱਚ, ਸਗੇ ਸੰਬੰਧੀਆਂ ਵਿੱਚ, ਦੋਸਤਾਂ ਮਿੱਤਰਾਂ ਵਿੱਚ ਕਿਸੇ ਦਾ ਅਧਿਆਤਮਕ ਭਲਾ ਹੋ ਰਿਹਾ ਹੈ, ਉਹਦੇ ਆਪਣੇ ਕਰਮਾਂ ਕਾਰਜਾਂ ਕਰਕੇ, ਤੇ ਕਿਸੇ ਦਾ ਨੁਕਸਾਨ ਹੋ ਰਿਹਾ ਹੈ। ਇੱਕੋ ਪਰਿਵਾਰ ਵਿੱਚ ਰਹਿੰਦੇ ਆ, ਇੱਕੋ ਜਗ੍ਹਾ ਤੇ ਰਹਿੰਦੇ ਆ, ਇੱਕੋ ਤਰ੍ਹਾਂ ਦਾ ਖਾਣਾ ਖਾਂਦੇ ਆ, ਪਰ ਉਹ ਜਿਹੜਾ ਭਾਵਨਾ ਦੇ ਪੱਧਰ ਤੇ ਜਿਹੜਾ ਵਖਰੇਵਾਂ ਹੈ, ਤਾਂ ਉਹ ਉਸ ਵਖਰੇਵੇਂ ਦੇ ਨਾਲ ਜਿਹੋ ਜਿਹਾ ਬੀਜਦੇ ਹਾਂ, ਉਹੋ ਜਿਹਾ ਸਾਨੂੰ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਜਿਹਾ ਬੀਜੈ ਤਾਂ ਉਸ ਤਰ੍ਹਾਂ ਦਾ ਸਾਨੂੰ ਪ੍ਰਾਪਤ ਹੁੰਦਾ ਹੈ। ਤਾਂ ਭਾਣਾ ਹੋਏ, ਤਾਂ ਉਹ ਸਾਰਾ ਵਿਧਾਨ ਇਹਦੇ ਚ ਆ ਗਿਆ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੇ ਕੋਈ। ਜੇ ਕੋ ਖਾਇਕ, ਤੇ ਜੇ ਕੋਈ ਸਿਆਣਾ ਬਣੇ, ਇਹ ਸਿਆਣੇ ਵੀ ਬਹੁਤੇ ਉਹੀ ਬਣਦੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਰੱਬ ਤਾਂ ਹੈ ਨਹੀਂ, ਉਹੀ ਆਪਣੀ ਸਿਆਣਪ ਦਿਖਾਉਂਦੇ ਨੇ। ਤੇ ਜੇ ਕੋ ਖਾਇਕ ਆਖਣ ਪਾਏ, ਜੇ ਕੋਈ ਆਪ ਹੀ ਕਹੇ ਨਹੀਂ ਜੀ ਮੇਰੇ ਕੋਲ ਹੈਗਾ, ਇਸ ਤਰ੍ਹਾਂ ਹੁੰਦਾ ਹੈ, ਇਹ ਇਸ ਤਰ੍ਹਾਂ ਹੁੰਦਾ ਹੈ, ਇਹ ਇਸ ਤਰ੍ਹਾਂ ਹੁੰਦਾ ਹੈ,
जे को खाएक ਇਹੋ ਜਿਹਾ ਕੋਈ ਮੂਰਖ ਬੰਦਾ ਜੇ ਕੋਈ ਆਪਣੇ ਵੱਲੋਂ ਹੀ ਕੋਈ ਕੇ ਆਖਣ ਪਾਏ, ਕਹਿਣਾ ਚਾਹੇ, ਦੱਸਣਾ ਚਾਹੇ, ਉਹ ਜਾਣੇ ਉਹੀ ਫਿਰ ਜਾਣਦਾ ਜੇ ਜੇਤੀਆ ਮੋਹ ਖਾਏ। ਜਿੰਨਾ ਉਹਨੂੰ ਸਹਿਣਾ ਪੈਂਦਾ ਉਹਨੂੰ, ਉਹ ਇੱਥੇ ਸਹਿਣਾ ਕਿ ਉੱਥੇ ਸਹਿਣਾ, ਕਿਵੇਂ ਹੋਣਾ ਹੈ, ਕੀ ਵਿਧਾਨ ਹੈ, ਅਸੀਂ ਸਾਰਾ ਨਹੀਂ ਸਮਝ ਸਕਦੇ। ਜਿੰਨਾ ਜਿੰਨਾ ਸਮਝ ਸਕਦੇ ਹਾਂ ਉਹਨਾਂ ਅਸੀਂ ਉਹਦੇ ਤੇ ਅਸੀਂ ਪਹਿਰਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਇਹ ਵਿਧਾਨ ਬੇਅੰਤ ਹੈ, ਸਾਡੀ ਪਾਇਆ ਹੀ ਨਹੀਂ ਹੈ ਕਿ ਅਸੀਂ ਸਾਰਾ ਸਮਝ ਬੁੱਝ ਲਈਏ। ਪਰ ਇਹ ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹੈ ਕਿ ਜੇ ਕੋ ਖਾਇਕ ਆਖਣ ਪਾਏ, ਕਿ ਇਹ ਨਹੀਂ ਹੈ, ਇਹ ਕੋਈ ਹੋਰ ਹੈ ਜੀ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ। ਉਹ ਜਾਣੇ ਜੇਤੀਆ ਮੋਹ ਖਾਏ, ਕਿ ਕਿੰਨਾ ਕੁਝ ਉਹਨੂੰ ਫਿਰ ਸਹਿਣਾ ਪੈਂਦਾ, ਉਹੀ ਜਾਣਦਾ। ਫਿਰ ਅਸਲ 'ਚ ਇਹ ਸਾਰਾ ਕੁਝ ਕੀ ਹੋ ਰਿਹਾ, ਇਹ ਭਾਣਾ ਕੀ ਹੈ? ਆਪੇ ਜਾਣੈ ਆਪੇ ਦੇ। ਔਰ ਇਹ ਸਾਰਾ ਕੁਝ ਆਪੇ ਹੀ ਸਾਰਾ ਵਿਧਾਨ ਨੂੰ ਜਾਣਦਾ ਹੈ, ਆਪੇ ਹੀ ਦੇ ਰਿਹਾ ਇਸ ਵਿਧਾਨ ਦੇ ਵਿੱਚ, ਇਸ ਕਰਮ ਵਿੱਚ, ਇਸ ਵੱਡੇ ਕਾਰਜ ਵਿੱਚ। ਵੱਡਾ ਦਾਤਾ ਦਾ ਵੱਡਾ ਕਰਮ ਜਿਸ ਬਾਰੇ ਅਸੀਂ ਆਖ ਨਹੀਂ ਸਕਦੇ, ਆਪੇ ਜਾਣਾ, ਆਪੇ ਦੇ, ਆਪੇ ਉਹ ਜਾਣਦਾ ਹੈ, ਆਪੇ ਉਹ ਦਾਤਾ ਦੇ ਰਿਹਾ ਹੈ। ਆਖੇ ਸੇਪੇ ਕਈ ਕੇ, ਅੱਛਾ ਇਹ ਵੀ ਲੋਕ ਕਈ ਆਖ ਰਹੇ ਨੇ, ਕਈ ਇੰਨਾ ਇਹ ਜੋ ਸਹੀ ਗੱਲ ਆਖਣ ਵਾਲੀ ਹੈ ਕਿ ਉਹ ਭਾਈ ਆਪੇ ਜਾਣਦਾ, ਆਪੇ ਹੀ ਦਿੰਦਾ ਹੈ, ਇਹ ਵੀ ਆਖ ਰਹੇ ਨੇ। ਤੋ ਇਹ ਸਿਆਣਪ ਹੈ। ਗੁਰੂ ਸਾਹਿਬ ਹਰ ਤਰ੍ਹਾਂ ਦਾ ਉਹਦਾ ਪੂਰਾ ਸਕੈਨ ਕਰ ਰਹੇ, ਕਿ ਮੂਰਖਾਂ ਦਾ ਵੀ ਤੇ ਆਕਿਰਤ ਕਰਨ ਦਾ ਵੀ, ਮੁਕਰਨ ਵਾਲਿਆਂ ਦਾ ਵੀ ਤੇ ਖੱਚਤ ਹੋਣ ਵਾਲਿਆਂ ਦਾ ਵੀ, ਤੇ ਸੁਖ ਦੁੱਖ ਦੋਨੋਂ ਸਮ ਕਰ ਜਾਣ ਵਾਲਿਆਂ ਦਾ ਵੀ। ਪਰ ਇਸ ਵੱਡੇ ਕਾਰਜ ਨੂੰ, ਵੱਡੇ ਕਰਮ ਨੂੰ ਵੱਡਾ ਕਹਿ ਕੇ ਤੇ ਉਹ ਆਪੇ ਜਾਣਦਾ ਹੈ, ਉਹਨਾਂ ਦਾ ਵੀ ਜ਼ਿਕਰ ਕਰਦੇ। ਆਕੇ ਸੇ ਤੇ ਹੁਣ ਸੱਸੇ ਨੂੰ ਸਿਆਰੀ ਵੀ ਆ ਗਿਆ, ਜੱਜੇ ਨੂੰ ਸਿਆਰੀ ਵੀ ਆਉਂਦੀ, ਜੇ ਸੱਸੇ ਨੂੰ ਸਿਆਰੀ ਵੀ ਆ ਗਿਆ। ਆਕੇ ਸੇ ਪੇ ਕਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ। ਹੁਣ ਸਿਫਤ ਸਾਲਾਹ ਦੀ ਅਸੀਂ ਗੱਲ ਕੀਤੀ ਸੀ, ਹੁਣ ਇੱਥੇ ਕਿੰਨੀ ਸਪਸ਼ਟ ਹੋ ਗਈ। ਸਿਫਤ ਸਲਾਹ ਉਹ ਨਹੀਂ ਹੈ ਜਿਹੜੀ ਅਸੀਂ ਕਰਦੇ ਹਾਂ। ਕਿੰਨਾ ਸਪਸ਼ਟ, ਇਹਨੂੰ ਕਹਿੰਦੇ ਰਾਈਟਿੰਗ ਔਨ ਦਾ ਵਾਲ। ਜਿਸ ਨੂੰ ਬਖਸ਼ੇ, ਜਿਸ ਨੂੰ ਉਹ ਬਖਸ਼ ਦੇ, ਕਿਉਂਕਿ ਸਿਫਤ ਕਿਹਦੇ ਵਿੱਚ ਆ ਗਿਆ? ਕਰਮ ਵਿੱਚ ਆ ਗਿਆ। ਜੋ ਹੋ ਰਿਹਾ ਉਸ ਦੇ ਬਾਰੇ ਜਾਣਨਾ ਸਿਫਤ, ਤੇ ਉਹ ਉਸ ਦਾ ਬਿਆਨ ਕਰਨਾ, ਉਸ ਦੀ ਸਲਾਹ। ਜਿਸ ਨੂੰ ਬਖਸ਼ੇ, ਉਹ ਜੋ ਬਖਸ਼ਦਾ ਹੈ ਉਹ ਹੈ ਸਿਫਤ, ਉਹ ਜੋ ਬਖਸ਼ਦਾ ਹੈ ਉਹ ਹੈ ਸਲਾਹ। ਜੋ ਅਸੀਂ ਆਪਣੇ ਮਨ ਚੋਂ ਕਿਸੇ ਤਾਰੀਫ ਕਰਦੇ ਹਾਂ, ਉਹ ਨਹੀਂ ਹੈ, ਤਾਰੀਫ ਦਾ ਕੋਈ ਸੰਬੰਧ ਨਹੀਂ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਇਸ ਗੱਲ ਨੂੰ ਸਮਝ, ਨਾਨਕ ਪਾਤਸ਼ਾਹੀ ਵੱਡੇ ਵੱਡੇ ਲੋਕਾਂ ਤੋਂ ਉੱਤੇ, ਪਾਤਸ਼ਾਹੀਆਂ ਤੋਂ ਵੱਡਾ ਪਾਤਸ਼ਾਹ ਉਹ ਵਾਲਾ ਬੰਦਾ। ਸਿਫਤ ਸਲਾਹ ਦੁਬਾਰਾ ਦੱਸਣਾ ਇੱਕ ਵਾਰ। ਜਿਸ ਨੂੰ ਬਖਸ਼ੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਬਖਸ਼ਦਾ ਹੈ ਕਿ ਉਹ ਸੋਚੇ, ਕਿ ਉਹ ਧਿਆਨ ਧਰੇ ਇਸ ਗੱਲ ਤੇ ਕਿ ਤੂੰ ਕਿੰਨਾ ਬੇਅੰਤ ਹੈ। There are people who make things happen. There are yet other people who observe things happening. But there are yet other people who wonder what happened. At least we observe things happening. उसदी कुदरत बलिहारी कुदरत वसिया। इस तो बलिहारे जाना, at least we are observing things happening around us. तो ये सिफत है कि उसदी कुदरत ਨੂੰ ਵਾਚਣਾ, ਦੇਖਣਾ, rather than being one of those who wonder what happened. तो इस करके जिस ਨੂੰ ਬਖਸ਼ੇ, ਜੇ ਸਿਫਤ ਸਲਾਹ ਸਿਰਫ ਤਾਰੀਫ ਕਰਨੀ ਹੈ ਤਾਂ ਫਿਰ ਇਹ ਵਾਲਾ ਅਟੈਕ ਵੀ ਬਿਲਕੁਲ ਸਾਬਤ ਸਹੀ ਹੁੰਦਾ ਹੈ ਕਿ yes,
He wants praise and you praise. You praise and you are appreciated by God. He is better because he's praising me. It's not like that. It cannot be like that. इस करके सिफत सलाह has to be redefined. सिफत उसਨੂੰ ਸਮਝਣਾ, ਸਲਾਹ ਉਸ ਦਾ ਬਿਆਨ ਕਰਨਾ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ, ਇਹੋ ਜੀ ਬਿਰਤੀ ਵਾਲਾ ਵੱਡੇ ਵੱਡੇ ਪਾਤਸ਼ਾਹੀਆਂ ਤੋਂ ਵੱਡਾ ਪਾਤਸ਼ਾਹ ਹੈ, ਉਹ ਵਾਲਾ ਹੈ ਬਿਕੋਜ਼ ਪਾਤਸ਼ਾਹ ਹੋ, ਪਾਤਸ਼ਾਹੀ ਪਾਤਸ਼ਾਹ ਹੋ। ਨਾਨਕ ਉਹ ਵਾਲਾ ਕੌਣ ਪਾਤਸ਼ਾਹ ਹੋ? ਪਾਤਸ਼ਾਹੀਆਂ ਦਾ ਪਾਤਸ਼ਾਹ ਹੋ, ਜਿਸਨੂੰ ਬਖਸ਼ੇ ਸਿਫਤ ਸਲਾਹ, ਜਿਸ ਮਨੁੱਖ ਨੂੰ ਇਹ ਵਾਲੀ ਤੌਰ ਬਖਸ਼ ਦਿੰਦਾ ਹੈ। ਤੋ ਇਹ ਐਡੀ ਭਾਰੀ ਤੌਰ ਹੈ, ਤੇ ਜੇ ਸਿਫਤ ਸਲਾਹ ਤਾਰੀਫ ਕਰਨੀ ਹੋਏ, ਉਹਨੂੰ ਐਡਾ ਵੱਡਾ ਕੋਈ ਪ੍ਰਮਾਣ ਮਿਲੇ, ਉਹਨੂੰ ਐਡਾ ਵੱਡਾ ਅਵਾਰਡ ਮਿਲ ਸਕਦਾ ਕਿ ਪਾਤਸ਼ਾਹ ਹੀ ਪਾਤਸ਼ਾਹ। ਨਹੀਂ, ਅਸੀਂ ਆਪਣੇ ਅੰਜਨ ਮਾਹੇ ਨਿਰੰਜਨ ਹੋਣਾ, ਇਸ ਮਾਇਆਵੀ ਸਾਰੀ ਸੋਚ ਤੋਂ ਕੱਟ ਕੇ ਆਪਣੇ ਆਪ ਨੂੰ ਸਿਫਤ, ਉਸ ਨੂੰ ਜਾਣਨ ਦੀ ਵਾਲੇ ਪਾਸੇ ਹੋਣਾ। ਨਾਏ ਸਿਫਤ ਨਾਏ ਸਲਾਹ, ਉਸਦੇ ਨਾਏ ਉਸਦੀ ਜੇਤਾ ਕੀਤਾ ਤੇਤਾ ਨਾ, ਉਸਦੇ ਵੱਲ ਅਸੀਂ ਆਪਣੇ ਆਪ ਨੂੰ ਧਿਆਨ ਉਸ ਪਾਸੇ ਲੈ ਕੇ ਜਾਣਾ, ਤੇ ਇਹ ਮਾਇਆਵੀ ਪਦਾਰਥਾਂ ਵੱਲੋਂ ਧਿਆਨ ਤੋੜਨਾ, ਇਹ ਹੈ ਸਿਫਤ। ਤੇ ਉਹਦੇ ਬਾਰੇ ਜਦੋਂ ਅਸੀਂ ਸਾਡੇ ਬੋਲ ਜਿਹੜੇ ਨੇ, ਉਹਦੇ ਚੋਂ ਸਾਨੂੰ ਅਕਾਲ ਪੁਰਖ ਦੇ ਪਸਾਰੇ ਦੇ ਬੋਲ ਹੋਣ, ਉਹਦੀਆਂ ਬਾਤਾਂ ਹੋਣ, ਇਹ ਹੈ ਸਲਾਹ। ਨਾ ਕਿ ਅਸੀਂ ਉਹਦੀ ਤਾਰੀਫ ਕਰਨੀ। ਤੋ ਇਹ ਜੋ ਤਾਰੀਫ ਲਿਖਿਆ ਜਾਂਦਾ ਹੈ, ਔਰ ਇਹ ਜੋ ਉਸਦੇ ਗੁਣਗਾਨ ਕਰਨ ਦਾ ਲਿਖਿਆ ਜਾਂਦਾ ਹੈ, ਅਸੀਂ ਉਹਨਾਂ ਨੂੰ ਸਮਝਣਾ, ਬੁੱਝਣਾ, ਆਪਣੇ ਤੇ ਲਾਗੂ ਕਰਨਾ, ਇਹ ਤੌਰ ਹੈ। ਜੇ ਅਸੀਂ ਸਿਫਤ ਸਲਾਹ ਕਰਦੇ ਹਾਂ ਤੇ ਪਾਤਸ਼ਾਹੀਆਂ ਦੇ ਪਾਤਸ਼ਾਹ ਵਾਲੀ ਜੋ ਹੈ ਉਹ ਅਵਸਥਾ ਗੁਰੂ ਸਾਹਿਬ ਕਹਿੰਦੇ ਉਹ ਹੋ ਜਾਂਦੀ ਹੈ। ਇਸ ਕਰਕੇ ਇਹ ਆਮ ਗੱਲਾਂ ਨਹੀਂ ਨੇ, ਇਹ ਅਧਿਆਤਮਕ ਤੌਰ ਹੈ। ਅਧਿਆਤਮਕ ਤੌਰ ਤੋਂ ਸਿਫਤ ਸਲਾਹ ਦੀ ਅਧਿਆਤਮਕ ਤੌਰ ਲੈਣੀ ਚਾਹੀਦੀ ਹੈ। ਵਡਿਆਈਆਂ ਕਰਨਾ, ਤਾਰੀਫਾਂ ਕਰਨਾ, to praise somebody, something, some event, some happening is ਇਹ ਅੰਜਨ ਹੈ। ਅਸੀਂ ਤਾਂ ਅੰਜਨ ਮਾਹੇ ਨਿਰੰਜਨ ਰਹਿਣਾ ਹੈ। ਤੋ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I think overall ਜਦੋਂ ਅਸੀਂ ਜਪਜੀ ਸਾਹਿਬ ਫਿਨਿਸ਼ ਕਰਾਂਗੇ ਨਾ, so maybe we can do a summary of like ਕਿ overall ਜਪਜੀ ਸਾਹਿਬ ਤੋਂ ਸਾਨੂੰ right, ਕੀ that's very good, as a ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। that's very good। in fact ਜਪਜੀ ਸਾਹਿਬ ਇੰਨਾ ਭਾਰੀ, ਇੰਨਾ ਵੱਡਾ ਸਮੁੰਦਰ ਹੈ, ਔਰ ਜਿੱਥੋਂ ਸਾਨੂੰ ਇੱਕੋ ਗੁਰਬਾਣੀ ਤੋਂ ਸਮਝ ਆਉਂਦੀ ਹੈ, ਸਾਹਿਬ ਮੇਰਾ ਨੀਤ ਨਵਾਂ। ਰੋਜ਼ਾਨਾ ਜਪਜੀ ਸਾਹਿਬ ਪੜਿਆ ਜਾਂਦਾ ਹੈ, ਔਰ ਰੋਜ਼ਾਨਾ ਉਹਦੇ ਚੋਂ ਕੁਛ ਨਾ ਕੁਛ ਨਵਾਂ ਮਿਲਦਾ। ਤੋ ਇਹ ਜੋ ਇਹ ਸਾਡੀ spiritually we evolve almost ਪਲ ਪਲ ਤੇ ਵੀ ਹੈ, ਡੇਲੀ ਤੇ ਹੈ ਹੀ ਹੈ। So that's how we perceive Japji Sahib in a different manner on daily basis. But that is wonderful idea ji, ਤੁਸੀਂ ਜੋ ਕਹਿ ਰਹੇ ਹੋ, ਆਪਾਂ ਉਸ ਤਰ੍ਹਾਂ ਕਰਨ ਦੀ ਕੋਸ਼ਿਸ਼ ਸਾਰੇ ਰਲ। I was also under the misconception that Sifti means to praise. So now it just changes like everything that I've understood. Yeah, ਦੇਖੋ ਜਿਸਨੂੰ ਕਿੱਡੀ ਵੱਡੀ ਗੱਲ ਗੁਰੂ ਸਾਹਿਬ ਨੇ ਕਹਿਤੀ ਨਾ, ਜਿਸਨੂੰ ਬਖਸ਼ੇ ਸਿਫਤ ਸਲਾਹ। ਪਹਿਲੀ ਗੱਲ ਤੇ ਇਹ ਕਿ ਸਿਫਤ ਕਰਨਾ ਮੇਰੇ ਸੇ, ਇਹਦੇ ਵਾਸਤੇ ਮੈਨੂੰ ਕਿਹੜੀ ਬਖਸ਼ਿਸ਼ ਚਾਹੀਦੀ ਹੈ? ਇਹ ਤਾਂ ਮੈਂ ਹੁਣੇ ਲਓ। I can praise my laptop, I can praise my table, chair, I can praise anybody, anything, anytime. Not big deal. It's no big deal for anybody. ਮੁਰਖ ਤੋਂ ਮੁਰਖ ਬੰਦਾ ਵੀ ਕਿਸੇ ਦੀ ਸਿਫਤ ਕਰ ਸਕਦਾ, ਪਰ ਇਹ ਸਿਫਤ ਐਡੀ ਵੱਡੀ ਕਿਸ ਤਰ੍ਹਾਂ ਹੋ ਗਈ ਕਿ ਇਹਦੇ ਵਾਸਤੇ ਉਹਦੀ ਬਖਸ਼ਿਸ਼ ਚਾਹੀਦੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਤੇ ਉਸ ਤੋਂ ਬਾਅਦ ਹੋ ਕੀ ਰਿਹਾ? ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ। That means we have to, my God, what am I thinking about ਸਿਫਤ ਸਲਾਹ? So it is very, very thought provoking. तो ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ you praise God, ਔਰ ਮੈਂ ਵੀਡੀਓ ਸੁਣ ਰਿਹਾ ਸੀਗਾ, some atheists were talking, ਤੇ Facebook group ਤੇ I was just ਮੈਂ ਕਿਹਾ yes, we asked for it. In fact, we asked for it.
ਜਦੋਂ ਨੇ ਕਿਹਾ ਕਿ ਉਹਨੂੰ ਤਾਰੀਫਾਂ ਚਾਹੀਦੀਆਂ, ਤੁਸੀਂ ਤਾਰੀਫਾਂ ਕਰਦੇ ਹੋ, ਇਹ ਕਿਹੋ ਜਿਹਾ ਰੱਬ ਹੈ? ਮੈਂ ਕਿਹਾ ਵੀ entirely our fault, we misinterpreted it। तो ਇੱਥੇ ਤੁਕ ਚ ਤਾਂ ਬਿਲਕੁਲ ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। तो ਇਸ ਤੋਂ ਵੱਡਾ ਲਾਈਨ ਕੀ ਹੋ ਸਕਦੀ ਹੈ ਕਿ it is entirely different। ਹਾਂਜੀ। ਮੈਂ ਵੀ ਇਹ ਕੁਐਸਚਨ ਪੁੱਛਣਾ ਸੀਗਾ ਲਾਈਕ ਬਟ ਉਹ ਕਲੀਅਰ ਹੋ ਗਿਆ ਲਾਈਕ ਪਾਤਸ਼ਾਹ ਹੀ ਪਾਤਸ਼ਾਹ ਤਾਂ ਕੀ ਹੋ ਰਿਹਾ ਮਤਲਬ? ਹਾਂ ਬੇਟਾ ਇਹਦਾ ਨਾ ਹਾਹੇ ਦਾ ਬਹੁਤ ਭਾਰੀ ਮਤਲਬ ਹੁੰਦਾ ਹੈ, ਖਾਸ ਕਰਕੇ ਜਦੋਂ ਵਰਬ ਵਿੱਚ ਹਾਹੇ ਆਉਂਦੇ ਨੇ, ਇਹਨਾਂ ਦੇ ਬੜੇ ਵੱਖਰੇ ਵੱਖਰੇ ਮੀਨਿੰਗਸ ਨੇ, ਕੁਝ ਅਸੀਂ ਡਿਸਕਸ ਕੀਤੇ ਨੇ। ਬਟ ਜਿਹੜਾ ਨਾਉਨ ਵਿੱਚ, ਨਾਮ ਜਿਹੜਾ ਹੈ ਨਾਉਨ, ਉਹਦੇ ਵਿੱਚ ਹਾਹੇ ਦਾ ਔਂਕੜ ਹਮੇਸ਼ਾ ਇਹ ਦਰਸਾਉਂਦਾ ਹੈ ਕਿ ਇਟ ਇਜ਼ ਅ ਸਿੰਗੂਲਰ, ਔਰ ਹਾਹਾ ਦਾ ਔਂਕੜ ਨਾ ਹੋਣਾ ਬਹੁਵਚਨ ਪਲੂਰਲ। तो ਪਾਤਸ਼ਾਹੋ ਜਾਂ ਪਾਤਸ਼ਾਹ, तो ਇਹ ਦੋਨਾਂ ਦਾ ਮੀਨਿੰਗ ਅੱਡ ਹੋ ਜਾਂਦਾ ਹੈ। ਤੇ ਪਾਤਸ਼ਾਹੋ ਦਾ ਮਤਲਬ ਕਿ ਅਸੀਂ ਇੱਕ ਬੰਦੇ ਦੀ ਗੱਲ ਕਰ ਰਹੇ ਹਾਂ, ਤੇ ਪਾਤਸ਼ਾਹ ਦਾ ਮਤਲਬ ਕਈ ਬੰਦਿਆਂ ਦੀ ਗੱਲ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।